ਇੱਕ ਧਨ ਸਿਉ ਖਾਨੇ ਦਾ ਸਰਦਾਰ, ਜਿਸ ਦਾ ਨਾਮ ਜਿਊਣ ਸਿੰਘ ਸੀ, ਬਾਬਾ ਜੀ ਪਾਸ ਆਉਂਦਾ ਹੁੰਦਾ ਸੀ। ਉਸਨੇ ਇੱਕ ਵਾਰ ਬੇਨਤੀ ਕੀਤੀ ਕਿ ਮਹਾਰਾਜ, ਪਟਿਆਲੇ ਵਾਲਾ ਮਹਾਰਾਜਾ ਮੇਰੀ ਭਾਣਜੀ ਦਾ ਰਿਸ਼ਤਾ ਨਹੀਂ ਲੈਂਦਾ। ਜੇ ਆਪ ਦੀ ਕਿਰਪਾ ਹੋਵੇ ਤਾਂ ਮੇਰੀ ਇਹ ਮੰਗ ਪੂਰੀ ਕਰ ਦਿਓ। ਅੱਗੋਂ ਸ਼੍ਰੀ ਮਹਾਂ ਹਰਨਾਮ ਸਿੰਘ ਜੀ ਨੇ ਉੱਤਰ ਦਿੱਤਾ, ਸਾਈਂ ਲੋਕਾ, ਸਾਨੂੰ ਇਹਨਾਂ ਗੱਲਾਂ ਨਾਲ ਕੀ, ਕੋਈ ਲਵੇ ਨਾ ਲਵੇ, ਤੂੰ ਕੁਝ ਹੋਰ ਮੰਗ ਲਾ। ਪਰੰਤੂ ਸਰਦਾਰ ਜਿਊਣ ਸਿੰਘ ਆਪਣੀ ਇਸੇ ਗੱਲ ਤੇ ਅੜਿਆ ਰਿਹਾ। ਹਜ਼ੂਰ ਹਰ ਵੇਲੇ ਇਸ ਨੂੰ ਟਾਲਦੇ ਰਹੇ। ਅਖੀਰ ਤੇ ਬਾਬਾ ਜੀ ਨੇ ਬਚਨ ਕੀਤਾ, ਰਾਜਿਆਂ ਨਾਲ ਰਿਸ਼ਤੇ ਪਾ ਕੇ ਕਿਸੇ ਨੇ ਸੁੱਖ ਨਹੀਂ ਵੇਖਿਆ। ਇਹ ਸਰਦਾਰ ਇਸ ਇਸ਼ਾਰੇ ਨੂੰ ਸਮਝ ਨਾ ਸਕਿਆ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਮਹਾਂਪੁਰਖਾਂ ਦੀ ਚੁੱਪ ਵਿੱਚ ਵੀ ਕੋਈ ਰਾਜ ਹੁੰਦਾ ਹੈ ਅਤੇ ਬੋਲਣ ਵਿੱਚ ਵੀ। ਜਿਸ ਤਰ੍ਹਾਂ ਬਾਣੀ ਵਿੱਚ ਫੁਰਮਾਨ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਰਾਜਾ ਦੁਖੀ ਕਿਸ ਤਰ੍ਹਾਂ ਹੈ? ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਜਪਣ ਵਾਲਾ ਸੁਖੀ ਕਿਵੇਂ ਹੈ? ਦੁਨਿਆਵੀ ਬੰਦਾ ਰਾਜ ਭਾਗ ਐਸ਼ ਵਰਸ਼ ਦੇਖ ਕੇ ਹੈਰਾਨ ਹੁੰਦਾ ਹੈ ਤੇ ਸਮਝਦਾ ਹੈ ਸਭ ਸੁੱਖ ਇੱਥੇ ਹੀ ਹਨ। ਦੂਜੇ ਪਾਸੇ ਨਾਮ ਜਪਣ ਵਾਲਿਆਂ ਦੀ ਸਰੀਰਕ ਹਾਲਤ ਵੇਖ ਕੇ ਸੋਚਦਾ ਹੈ ਕਿ ਜਿਸ ਤਰ੍ਹਾਂ 10ਵੇਂ ਪਾਤਸ਼ਾਹ ਵੀ ਫਰਮਾਉਂਦੇ ਹਨ, ਸੁਨ ਭੂਪਤ ਥਾ ਜਗਤ ਮੈਂ, ਦੁਖੀ ਰਹਿਤ ਹੈ ਸੰਤ, ਅੰਤ ਲਹਿਤ ਹੈ ਮੁਕਤ ਫਲ, ਪਾਵਤ ਹੈ ਭਗਵੰਤ। ਫਿਰ ਹਜ਼ੂਰ ਨੇ ਬਚਨ ਕੀਤਾ ਕਿ ਜੇ ਤੂੰ ਨਹੀਂ ਰਹਿ ਸਕਦਾ ਤਾਂ ਫਿਰ ਕੋਲ ਸੱਦ ਕੇ ਗੁਪਤ ਰੂਪ ਵਿੱਚ ਬਚਨ ਕੀਤਾ ਤੇ ਇਸ ਗੱਲ ਤੋਂ ਖੁਸ਼ ਹੋ ਗਿਆ ਅਤੇ ਬਾਬਾ ਜੀ ਦੇ ਅੰਤਰੀਵ ਭਾਵ ਪਹਿਲਾਂ ਨਾ ਕਿਉਂ ਹੋਈ ਸਮਝ ਨਾ ਸਕਿਆ। ਉਪਰੰਤ ਘਰ ਚਲਾ ਗਿਆ ਅਤੇ ਰਾਜੇ ਪਾਸ ਪਟਿਆਲੇ ਜਾ ਕੇ ਫਿਰ ਰਿਸ਼ਤੇ ਬਾਰੇ ਅਰਜ਼ ਕੀਤੀ ਤੇ ਉਹ ਮੰਨ ਗਿਆ। ਰਿਸ਼ਤਾ ਵੀ ਹੋ ਗਿਆ। ਮਹਾਰਾਜਾ ਘਰ ਆ ਕੇ ਵਿਆਹ ਕੇ ਵੀ ਲੈ ਗਿਆ। ਪਰ ਉਹ ਭਾਣਾ ਵਰਤ ਗਿਆ ਜੋ ਬਾਬਾ ਜੀ ਨੇ ਬਚਨ ਕੀਤੇ ਸਨ। ਕੁਝ ਹੀ ਦਿਨਾਂ ਉਪਰੰਤ ਬਾਬਾ ਜੀ ਦੇ ਬਚਨ ਅਨੁਸਾਰ ਸੇਵਾਦਾਰ ਨੇ ਜਾ ਕੇ ਸਰਦਾਰ ਨੂੰ ਦੱਸਿਆ ਕਿ ਤੈਨੂੰ ਬਾਬਾ ਜੀ ਯਾਦ ਕਰਦੇ ਹਨ। ਹੁਣ ਸਰਦਾਰ ਨੇ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਕਦੇ ਆਖੇ ਮੈਂ ਫਿਰ ਆਵਾਂਗਾ, ਅਜੇ ਮੇਰੇ ਕੋਲ ਟਾਈਮ ਨਹੀਂ। ਆਖਿਰ ਸਰਦਾਰ ਨੇ ਇਉਂ ਕਹਿ ਕੇ ਸੇਵਕ ਨੂੰ ਮੋੜ ਦਿੱਤਾ। ਸਾਧ ਕੀ ਕਰ ਲਵੇਗਾ? ਸਾਡੀ ਭਾਣਜੀ ਰਾਜਾ ਵਿਆਹ ਕੇ ਲੈ ਗਿਆ, ਬਸ ਗੱਲ ਨਿਬੜ ਗਈ। ਸੇਵਾਦਾਰ ਨੇ ਇਹੀ ਬਚਨ ਜਿਸ ਤਰ੍ਹਾਂ ਕਿਹਾ ਆ ਕੇ ਬਾਬਾ ਜੀ ਕੋਲ ਸੁਣਾਇਆ। ਸੁਣ ਕੇ ਬਾਬਾ ਜੀ ਨੇ ਥੋੜ੍ਹਾ ਜਿਹਾ ਸਮਾਂ ਚੁੱਪ ਰਹਿਣ ਤੋਂ ਉਪਰੰਤ ਸੇਵਾਦਾਰ ਨੂੰ ਬਚਨ ਕੀਤਾ ਕਿ ਆਹ 100 ਰੁਪਏ ਤੂੰ ਸਵੇਰੇ ਸਵੇਰੇ ਲੈ ਜਾਣੇ ਹਨ, ਤੇ ਹੁਕਮ ਅਨੁਸਾਰ 5 ਰੁਪਏ ਹੋਰ ਪਾ ਦਿੱਤੇ ਤੇ ਕਿਹਾ ਕਿ 100 ਰੁਪਏ ਦਾ ਵਿਆਜ ਹੈ ਤੇ ਤੂੰ ਅੱਜ ਰਾਤ ਨੂੰ ਧਨ ਸਿਉ ਖਾਨੇ ਪਹੁੰਚ ਜਾ ਤੇ ਇਹ ਰੁਪਏ ਉਹਨਾਂ ਦੇ ਅੱਗ ਪਾਉਣ ਤੋਂ ਪਹਿਲਾਂ ਸੁਬਾ ਚੁੱਲ੍ਹੇ ਵਿੱਚ ਰੱਖ ਦੇਣੇ ਅਤੇ ਰੁਪਈਏ ਰੱਖਣ ਤੋਂ ਪਹਿਲਾਂ ਘਰ ਵਾਲਿਆਂ ਨਾਲ ਕਿਸੇ ਕਿਸਮ ਦੀ ਗੱਲ ਨਹੀਂ ਕਰਨੀ। ਸੇਵਕ ਨੇ ਇਸੇ ਤਰ੍ਹਾਂ ਹੀ ਕੀਤਾ। ਪਰਿਵਾਰ ਦੇ ਮੈਂਬਰਾਂ ਨੇ ਇਸ ਗੱਲ ਨੂੰ ਬਹੁਤ ਪੁੱਛਣਾ ਚਾਹਿਆ, ਪਰ ਸੇਵਕ ਨੇ ਹੁਕਮ ਅਨੁਸਾਰ ਕੁਝ ਵੀ ਨਾ ਦੱਸਿਆ ਤੇ ਵਾਪਸ ਆ ਗਿਆ। ਜਿਸ ਵੇਲੇ ਸੇਵਕ ਬਾਬਾ ਜੀ ਦੇ ਪਾਸ ਆਇਆ ਤਾਂ ਬਾਬਾ ਜੀ ਅੱਗੇ ਬਚਨ ਕਰ ਰਹੇ ਸਨ, ਜ਼ਿੰਦਾ ਰਹੂਗੀ, ਸਿਰ ਦੇ ਵਾਲ ਖੋਊਗੀ। ਉਪਰੰਤ ਸੇਵਕ ਨੂੰ ਪੁੱਛਿਆ ਕਿ ਰੱਖ ਆਇਆ ਹੈ? ਜੀ ਹਾਂ। ਇਸ ਤੋਂ ਉਪਰੰਤ ਬਚਨ ਕੀਤਾ, ਸ਼ੁੱਧ ਹੈ। ਇਸ ਤੋਂ ਬਾਬਾ ਜੀ ਕਦੇ ਕਦੇ ਰਾਤ ਨੂੰ ਤਾੜੀ ਮਾਰ ਕੇ ਬਚਨ ਕਰਿਆ ਕਰਦੇ ਸਨ, ਉਥੋਂ ਲੈ ਆਂਦੀ ਡਾਲੀ, ਜਿਉਣੀਆਂ ਧਨ ਸਿਉ ਕਿਆਂ, ਜਾਵੇ ਜਗਤ ਤੋਂ ਖਾਲੀ। ਉਸ ਉਪਰੰਤ ਉਹ ਸਾਰਾ ਪਰਿਵਾਰ ਹੀ ਖਤਮ ਹੋ ਗਿਆ। ਫਿਰ ਗੁਰਬਾਣੀ ਦਾ ਫਰਮਾਨ ਇਸ ਤਰ੍ਹਾਂ ਵਰਤਿਆ, ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨ ਮੁਖ ਅਗਿਆਨ ਮੁੱਠਾ ਬਿਖਮਾਇਆ। ਉਸ ਅੰਦਰ ਕੂੜ ਕੂੜੋ ਕਰ ਬੁਝੈ, ਅਨਹੋਂਦੇ ਝਗੜੇ ਦਈਏ ਉਸ ਦੇ ਗਲ ਪਾਇਆ। ਉਹ ਗੱਲ ਫਰੂਸੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ।
ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਬਾਬਾ ਸਾਉਣ ਸਿੰਘ ਢਿੱਲੋਂ ਬਾਬਾ ਜੀ ਦੇ ਸਭ ਤੋਂ ਪੁਰਾਣੇ ਸੇਵਕ ਆਪਣੇ ਖੇਤ ਵਿੱਚ ਹੀ ਰਹਿੰਦੇ ਸਨ। ਬੇਰੀ ਹੇਠਾਂ ਝੁੱਗੀ ਪਾਈ ਹੋਈ ਸੀ, ਪਰ ਸਾਉਣ ਸਿੰਘ ਸੀ ਤਾਂ ਗ੍ਰਸਤੀ ਪਰਿਵਾਰ ਵਾਲੇ। ਪਰ ਬਾਬਾ ਜੀ ਦੇ ਨਾਲ ਇੰਨੀ ਨੇੜਤਾ ਸੀ ਕਿ ਕਿਸੇ ਪ੍ਰੇਮੀ ਨੇ ਬਾਬਾ ਜੀ ਕੋਲ ਬੇਨਤੀ ਕਰਨੀ ਹੁੰਦੀ ਤਾਂ ਪਹਿਲਾਂ ਸਾਉਣ ਸਿੰਘ ਨੂੰ ਪੁੱਛ ਲੈਣਾ ਤੇ ਫਿਰ ਬਾਬਾ ਜੀ ਕੋਲ ਬੇਨਤੀ ਕਰਨੀ ਤਾਂ ਤੁਰੰਤ ਹੀ ਬਾਬਾ ਜੀ ਨੇ ਪ੍ਰਵਾਨ ਕਰ ਲੈਣੀ। ਇਹਨਾਂ ਦੀ ਬ੍ਰਿਧ ਅਵਸਥਾ ਹੋਣ ਕਾਰਨ ਕੁਝ ਬਿਮਾਰ ਹੋ ਗਏ। ਉਹਨਾਂ ਆਪਣੇ ਪਰਿਵਾਰ ਨੂੰ ਕਿਹਾ ਕਿ ਹੁਣ ਮੇਰਾ ਅੰਤ ਸਮਾਂ ਨੇੜੇ ਆ ਗਿਆ ਹੈ, ਮੈਨੂੰ ਬਾਬਾ ਜੀ ਦੇ ਦਰਸ਼ਨ ਕਰਾ ਲਿਆਓ। ਤੇ ਪਰਿਵਾਰ ਮੰਜੇ ਉੱਪਰ ਪਾ ਕੇ ਬਾਬਾ ਜੀ ਕੋਲ ਲੈ ਆਏ ਤੇ ਡੇਰੇ ਦੇ ਬਾਹਰ ਜੰਡ ਥੱਲੇ ਮੰਜਾ ਢਾ ਦਿੱਤਾ ਤੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ, ਸਾਉਣ ਸਿੰਘ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਤੇ ਸੇਵਕ ਦੀ ਬੇਨਤੀ ਸੁਣ ਕੇ ਬਾਬਾ ਜੀ ਬਾਹਰ ਆ ਕੇ ਪੁੱਛਣ ਲੱਗੇ ਕਿ ਕਿੱਥੇ ਹੈ। ਸੇਵਕ ਨੇ ਜੰਡ ਵੱਲ ਇਸ਼ਾਰਾ ਕੀਤਾ ਤਾਂ ਬਾਬਾ ਜੀ ਹੋਰ ਅੱਗੇ ਹੋ ਗਏ ਤਾਂ ਸਾਉਣ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ, ਹੁਣ ਮੈਂ ਜਾਣਾ ਹੈ, ਇਸ ਲਈ ਮੇਰੇ ਤੇ ਕਿਰਪਾ ਕਰੋ। ਬਾਬਾ ਜੀ ਨੇ ਬਚਨ ਕੀਤਾ ਕਿ ਅਜੇ ਤੇਰੇ 12 ਸਾਲ ਬਾਕੀ ਹਨ, ਪਹਿਲਾਂ ਅਸੀਂ ਜਾਵਾਂਗੇ, ਫਿਰ ਤੇਰੀ ਵਾਰੀ ਹੈ। ਫਿਰ ਪਰਿਵਾਰ ਨੂੰ ਬਚਨ ਕੀਤਾ ਕਿ ਇਹਨਾਂ ਨੂੰ ਘਰ ਲੈ ਜਾਓ, ਸੇਵਾ ਕਰੋ। ਸੋ ਬਾਬਾ ਜੀ ਦੇ ਦਰਗਾਹ ਨੂੰ ਜਾਣ ਤੋਂ ਬਾਅਦ ਸਾਉਣ ਸਿੰਘ ਨੇ ਸਰੀਰ ਛੱਡਿਆ। ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾ ਕੇ ਮਿਲੈ ਲਈ। ਵੀਰ ਸਿੰਘ ਦੇ 2 ਭਰਾ ਸਰਦਾਰ ਖੁਸ਼ਹਾਲ ਸਿੰਘ ਤੇ ਸੁਰੈਣ ਸਿੰਘ ਸਨ। ਸੁਰੈਣ ਸਿੰਘ ਦੇ ਘਰ ਲੜਕੀਆਂ ਹੀ ਸਨ, ਲੜਕਾ ਕੋਈ ਨਹੀਂ ਸੀ। ਤੇ ਸੁਰੈਣ ਸਿੰਘ ਨੇ ਬਾਬਾ ਆਨੰਦ ਸਿੰਘ ਜੀ ਪਾਸ ਬੇਨਤੀ ਕੀਤੀ ਕਿ ਮੇਰੇ ਘਰ ਲੜਕਾ ਕੋਈ ਨਹੀਂ, ਕਿਰਪਾ ਕਰੋ, ਸ਼ਾਦੀਆਂ ਵੀ 2 ਕਰਾਈਆਂ ਹਨ। ਤਾਂ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਦੋਂ ਅਸੀਂ ਪੁੱਛੋ ਗਏ ਤੈਨੂੰ ਨਾਲ ਲੈ ਚੱਲਾਂਗੇ ਤੇ ਉੱਥੇ ਹੀ ਬੇਨਤੀ ਕਰਾਂਗੇ। ਇਸ ਤੋਂ ਉਪਰੰਤ ਜਦੋਂ ਬਾਬਾ ਆਨੰਦ ਸਿੰਘ ਜੀ ਮਾਝੇ ਦੀ ਸੰਗਤ ਨਾਲ ਲੈ ਕੇ ਆਏ ਤਾਂ ਸੁਰੈਣ ਸਿੰਘ ਵੀ ਬਾਬਾ ਜੀ ਦੇ ਨਾਲ ਆ ਗਏ। ਇਸ ਦੇ ਕੁਝ ਸੰਬੰਧੀ ਵੀ ਨਾਲ ਸਨ ਤੇ ਭੁੱਚੋ ਪਹੁੰਚਣ ਤੋਂ ਕੁਝ ਸਮਾਂ ਬਾਅਦ ਬਾਬਾ ਜੀ ਨੇ ਵੱਡਿਆਂ ਬਾਬਾ ਜੀ ਪਾਸ ਸੁਰੈਣ ਸਿੰਘ ਦੀ ਬੇਨਤੀ ਕੀਤੀ ਤੇ ਬਾਬਾ ਮਹਾਹਰਨਾਮ ਸਿੰਘ ਜੀ ਨੇ ਜਵਾਬ ਦਿੱਤਾ ਕਿ ਮਹਾਂਪੁਰਖੋ, ਤੁਹਾਡੇ ਪਾਸ ਸਭ ਚੀਜ਼ਾਂ ਹਨ, ਤੁਸੀਂ ਆਪ ਹੀ ਸਭ ਕੁਝ ਕਰ ਸਕਦੇ ਹੋ ਤੇ ਕਰ ਦਿਆ ਕਰੋ। ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਦੁਬਾਰਾ ਫਿਰ ਬੇਨਤੀ ਕੀਤੀ ਕਿ ਗਰੀਬ ਨਿਵਾਜ, ਤੁਸੀਂ ਹਰ ਤਰ੍ਹਾਂ ਕਰਕੇ ਵੱਡੇ ਹੋ, ਪੂਜਨੀਕ ਹੋ, ਤੁਹਾਡੇ ਹੁੰਦਿਆਂ ਜੋ ਕੁਝ ਕਰਨਾ ਤੁਸੀਂ ਹੀ ਕਰਨਾ। ਤੇ ਭੁੱਚੋ ਵਾਲਿਆਂ ਬਚਨ ਕੀਤਾ ਕਿ ਸਰਦਾਰ ਕੌਣ ਹੈ, ਕੀ ਨਾਮ ਹੈ, ਤੁਹਾਡੇ ਨਾਲ ਕਦੋਂ ਤੋਂ ਸੰਗਤ ਕਰਦਾ ਹੈ। ਮਹਾਂਪੁਰਖਾਂ ਦੇ ਪੁੱਛਣ ਤੋਂ ਬਾਅਦ ਬਾਬਾ ਆਨੰਦ ਸਿੰਘ ਜੀ ਨੇ ਸਾਰਾ ਕੁਝ ਦੱਸਿਆ। ਸੁਣ ਕੇ ਬਾਬਾ ਜੀ ਭੁੱਚੋ ਵਾਲੇ ਬੋਲੇ, ਫਿਰ ਤਾਂ ਇਸ ਦਾ ਕੰਮ ਕਰਨਾ ਹੀ ਪਊਗਾ, ਤੁਹਾਡਾ ਸੇਵਕ ਜੋ ਹੈ। ਨਾਲ ਹੀ ਬਚਨ ਕੀਤਾ ਕਿ ਸੁਰੈਣ ਸਿੰਘ ਤੇ ਇਸ ਦੇ ਘਰ ਵਾਲੀ ਦੋਹਾਂ ਨੂੰ ਸਾਡੇ ਪਾਸ 1 ਸਾਲ ਵਾਸਤੇ ਰਹਿਣਾ ਪਵੇਗਾ ਤੇ ਬੱਚਾ ਹੋਏ ਤੋਂ ਇੱਥੋਂ ਤੋਰਾਂਗੇ, ਪੁੱਛ ਲਵੋ ਜੇ ਇਸ ਨੂੰ ਮਨਜ਼ੂਰ ਹੈ। ਫਿਰ ਸੁਰੈਣ ਸਿੰਘ ਨੂੰ ਪੁੱਛਿਆ ਤਾਂ ਉਸਨੇ ਆਪਣੀ ਮਜਬੂਰੀ ਦੱਸੀ। ਤਾਂ ਭੁੱਚੋ ਵਾਲੇ ਮਹਾਰਾਜ ਜੀ ਨੇ ਕਿਹਾ ਕਿ ਜੇ ਇਹ ਨਹੀਂ ਰਹਿ ਸਕਦਾ ਤਾਂ ਆਪਣਾ ਕੋਈ ਬੰਦਾ ਸਾਡੇ ਪਾਸ ਸਾਲ ਭਰ ਵਾਸਤੇ ਛੱਡ ਦੇਵੇ, ਉਸ ਦੀ ਥਾਂ ਜ਼ਿੰਮੇਵਾਰ ਇਹ ਹੋਵੇਗਾ। ਜੇ ਉਹ ਅਵੱਗਿਆ ਕਰੇ ਜਾਂ ਬਚਨ ਨਾ ਮੰਨੇ ਤਾਂ ਜ਼ਿੰਮੇਵਾਰੀ ਇਸ ਦੀ ਹੋਵੇਗੀ। ਤੇ ਸੁਰੈਣ ਸਿੰਘ ਨੇ 7 ਬਚਨ ਕਰਕੇ ਆਪਣੇ ਮਾਮਾ ਜੀ ਨੂੰ ਰਹਿਣ ਵਾਸਤੇ ਕਹਿ ਦਿੱਤਾ ਤੇ ਬਾਬਾ ਜੀ ਨੇ ਮਨਜ਼ੂਰੀ ਦੇ ਦਿੱਤੀ। ਅਖੀਰ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਮਹਾਂਪੁਰਖੋ, ਹੁਣ ਤੁਸੀਂ ਸਭ ਕੁਝ ਵੇਖ ਸੁਣ ਰਹੇ ਹੋ, ਹੁਣ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਵੇਗੀ, ਇਸ ਦੇ ਬੰਦੇ ਵੱਲੋਂ ਹੋਵੇਗੀ। ਇਸ ਤੋਂ ਉਪਰੰਤ
ਬਾਬਾ ਆਨੰਦ ਸਿੰਘ ਜੀ ਸੰਗਤਾਂ ਸਮੇਤ ਵਾਪਸ ਚਲੇ ਗਏ ਤੇ ਸੁਰੈਣ ਸਿਉਂ ਦਾ ਮਾਮਾ ਪੁੱਛੋ ਠਹਿਰ ਗਿਆ। ਬਾਬਾ ਜੀ ਦਾ ਹੁਕਮ ਉਸ ਨੂੰ ਡੇਰੇ ਵਿੱਚ ਭੁੰਜੇ ਪੈਣ ਦਾ ਸੀ। ਕਿਤੇ ਆਉਣ ਜਾਣ ਦੀ ਮਨਾਹੀ ਸੀ, ਪਰ ਉਹ ਚੋਰੀ ਕਿਸੇ ਪਿੰਡ ਜਾ ਕੇ ਕਿਸੇ ਦੇ ਘਰ ਮੰਜੇ ਉੱਪਰ ਪੈ ਜਾਇਆ ਕਰੇ ਤੇ ਖਾ ਪੀ ਵੀ ਲਿਆ ਕਰੇ। ਬਾਬਾ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਰੋਕਿਆ। ਕੁਝ ਦਿਨ ਤਾਂ ਰੁਕ ਵੀ ਗਿਆ, ਪਰ ਥੋੜ੍ਹੇ ਦਿਨਾਂ ਬਾਅਦ ਉਸੇ ਤਰ੍ਹਾਂ ਹੀ ਕਰਨ ਲੱਗਾ। ਬਾਬਾ ਜੀ ਨੇ ਫਿਰ ਉਸ ਨੂੰ ਰੋਕਿਆ, ਪਰ ਆਪਣੀ ਆਦਤ ਅਨੁਸਾਰ ਉਹ ਕਰਦਾ ਰਿਹਾ। ਬਾਬਾ ਜੀ ਨੇ ਉਸ ਨੂੰ ਸਮਝਾਉਣਾ ਕਿ ਦੇਖ ਭਾਈ, ਕੰਮ ਹੈ ਤੇਰੇ ਸੰਬੰਧੀ ਦਾ, ਸਿਫਾਰਿਸ਼ ਕੀਤੀ ਹੈ ਮਹਾਂਪੁਰਸ਼ਾਂ ਨੇ, ਹੁਣ ਤੂੰ ਕੋਈ ਗਲਤੀ ਨਾ ਕਰ ਬੈਠੀ। ਤੈਨੂੰ ਇਤਨੇ ਵਾਰ ਮੁਆਫ ਕੀਤਾ ਮਹਾਂਪੁਰਖਾਂ ਦੇ ਕਰਕੇ, ਨਹੀਂ ਤਾਂ ਤੈਨੂੰ ਅਸੀਂ ਕਦੋਂ ਦੇ ਘਰ ਤੋਰ ਦਿੰਦੇ। ਹੁਕਮ ਤੋਂ ਬਾਹਰ ਜਾਣ ਵਾਲੇ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ, ਤੇ ਤੇਰਾ ਵੀ ਭਲਾ ਇਸ ਵਿੱਚ ਹੀ ਹੈ। ਪਰ ਉਹ ਨਗਰ ਵਿੱਚ ਜਾ ਕੇ ਫਿਰ ਗਲਤੀ ਕਰ ਬੈਠਾ, ਤੇ ਪਤਾ ਲੱਗਣ ਤੇ ਬਾਬਾ ਜੀ ਨੇ ਬਚਨ ਕੀਤਾ ਕਿ ਰਿਖੀਆਂ ਦੀ ਸਿਫਾਰਿਸ਼ ਸੀ, ਉਹਨਾਂ ਦਾ ਸੇਵਕ ਸੀ, ਤਾਂ ਅਸੀਂ ਇੰਨੀ ਖੁੱਲ੍ਹੀ ਛੂਟ ਦਿੱਤੀ ਸੀ। ਜੇ ਉਸਨੇ ਇਵੇਂ ਹੀ ਕੀਤੀ ਹੈ ਤਾਂ ਉਸ ਦੀ ਮਰਜ਼ੀ। ਹੁਣ ਜਦੋਂ ਵੀ ਉਹ ਆਵੇ ਤੇ ਡੇਰੇ ਵਿੱਚ ਵੜਨ ਨਹੀਂ ਦੇਣਾ, ਤੇ ਹੁਣ ਪੱਥਰਾਂ ਦੀ ਮਾਰ ਪਵੇਗੀ। ਇਸ ਤੋਂ ਉਪਰੰਤ ਬਾਬਾ ਜੀ ਦੇ ਬਚਨ ਅਨੁਸਾਰ ਸਰਦਾਰ ਸੁਰੈਣ ਸਿੰਘ ਦੇ ਘਰ ਲੜਕੀ ਪੈਦਾ ਹੋਈ। ਇਸ ਤੋਂ ਕਈ ਸਾਲ ਬਾਅਦ ਸੁਰੈਣ ਸਿੰਘ ਨੇ ਬਾਬਾ ਜੀ ਕਲੇਰਾਂ ਵਾਲਿਆਂ ਪਾਸ ਦੁਬਾਰਾ ਪੁੱਤਰ ਲਈ ਬੇਨਤੀ ਕੀਤੀ। ਬਾਬਾ ਜੀ ਨੇ ਸੁਰੈਣ ਸਿੰਘ ਨੂੰ ਕਿਹਾ ਕਿ ਮਹਾਰਾਜ ਅੱਗੇ ਅਰਦਾਸ ਕਰਾ ਕੇ ਵੇਖ ਲੈ, ਜੇ ਸਤਿਗੁਰੂ ਤੇਰੀ ਅਰਦਾਸ ਮੰਨ ਜਾਣ ਤਾਂ ਠੀਕ ਹੈ। ਤੇ ਸਰਦਾਰ ਸੁਰੈਣ ਸਿੰਘ ਬਾਬਾ ਆਨੰਦ ਸਿੰਘ ਜੀ ਦਾ ਹੁਕਮ ਮੰਨ ਕੇ ਪਾਠ ਕਰਾ ਕੇ ਅਰਦਾਸ ਕਰਾ ਕੇ ਅਖੰਡ ਪਾਠ ਕਰਵਾਇਆ। ਇਸ ਬਚਨ ਅਨੁਸਾਰ ਸਰਦਾਰ ਦੇ ਘਰ ਲੜਕਾ ਪੈਦਾ ਹੋਇਆ। ਲੜਕਾ ਹੋਣ ਦੀ ਖੁਸ਼ੀ ਅਨੁਸਾਰ ਸਰਦਾਰ ਸੁਰੈਣ ਸਿੰਘ ਨੇ ਸਰਦਾਰਾਂ ਨੂੰ ਮਾਸ ਤੇ ਸ਼ਰਾਬ ਛਕਾਉਣ ਲੱਗ ਪਿਆ, ਅਤੇ ਕਈ ਦਿਨ ਇਹੋ ਹੀ ਦੌਰ ਚੱਲਦਾ ਰਿਹਾ, ਤੇ ਕੁਝ ਸਮੇਂ ਬਾਅਦ ਲੜਕਾ ਗੁਜ਼ਰ ਗਿਆ। ਫਿਰ ਬਾਬਾ ਜੀ ਕਲੇਰਾਂ ਵਾਲਿਆਂ ਪਾਸ ਆ ਕੇ ਰੋ ਕੇ ਵਿਥਿਆ ਦੱਸੀ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਸੁਰੈਣ ਸਿੰਘ, ਤੈਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਸੀ। ਅਸੀਂ ਤੈਨੂੰ ਸੰਗੀ ਜਾਣ ਕੇ ਸਤਿਗੁਰਾਂ ਅੱਗੇ ਬੇਨਤੀ ਕਰਕੇ ਤੈਨੂੰ ਇੱਕ ਬੱਚਾ ਲੈ ਕੇ ਦਿੱਤਾ ਸੀ। ਉਹ ਤਾਂ ਸਤਿਗੁਰਾਂ ਦੇ ਜਥੇ ਦਾ ਇੱਕ ਸਿੰਘ ਸੀ। ਨਾਮ ਬਾਣੀ ਦੇ ਰਸੀਏ ਨੂੰ ਤੂੰ ਸੰਭਾਲ ਨਾ ਸਕਿਆ। ਅੱਛਾ, ਜੋ ਉਸ ਦੀ ਰਜ਼ਾ। ਹੁਣ ਤਾਂ ਤੇਰੀ ਗੱਲ ਮੁਸ਼ਕਲ ਹੈ, ਆਪਣੇ ਭਰਾ ਦਾ ਪੁੱਤਰ ਲੈ ਕੇ ਪਾਲ ਲੈ। ਸੋ ਇਸ ਤਰ੍ਹਾਂ ਹੀ ਹੋਇਆ।